हेलो एवरीवन, वेलकम यू ऑल इन योर ओन चैनल लर्न एवरीथिंग। सो ਅਸੀਂ ਕਰ ਰਹੇ ਸੀ ਇਲੈਕਟ੍ਰੋਨਿਕਸ, ਉਹਦੇ ਵਿੱਚ ਆਪਾਂ ਡਾਇਓਡਸ ਕਾਫੀ ਕਰ ਲਏ ਸੀ। ਨੈਕਸਟ ਇਜ਼ ਦਾ ਰੈਕਟੀਫਾਇਰ। ਇਟ ਇਜ਼ ਆਲਸੋ ਵੈਰੀ ਇੰਪੋਰਟੈਂਟ ਮਾਸਟਰ ਕੀਡਰ ਚ ਇਹਦੇ ਵਿੱਚੋਂ ਕੁਐਸਚਨ ਬਣਿਆ ਹੋਇਆ ਹੈ। ਠੀਕ ਹੈ, ਸਮਝਦੇ ਆ। ਇਹਦੇ ਵਿੱਚ ਕਾਫੀ ਸਾਰਾ ਮਟੀਰੀਅਲ ਹੈਗਾ ਜੋ ਮੈਂ ਜਿੰਨਾ ਇੱਥੇ ਅਰੇਂਜ ਕਰਨ ਦੀ ਕੋਸ਼ਿਸ਼ ਕੀਤੀ ਆ। ਕੁਝ ਮੈਂ ਚੀਜ਼ਾਂ ਵਰਬਲੀ ਤੁਹਾਨੂੰ ਬੋਲਾਂਗੀ, ਉਹਨਾਂ ਨੂੰ ਪਲੀਜ਼ ਨਾਲ ਨੋਟ ਕਰ ਲਿਓ, ਨੋਟਸ ਬਣਾ ਲਿਓ। ਠੀਕ ਹੈ, ਕਿਉਂਕਿ ਮੈਂ ਇੱਥੇ ਇੰਨੀ ਜਗ੍ਹਾ ਦੇ ਵਿੱਚ ਕਾਫੀ ਚੀਜ਼ਾਂ ਨੂੰ ਐਡਜਸਟ ਕਰਨਾ ਸੀ। ਠੀਕ ਹੈ, ਸੋ ਫਸਟ ਆਫ ਆਲ व्हाट आर द रेक्टिफायर। देखो ਆਪਾਂ ਪੜਿਆ ਸੀ ਪੀਐਨ ਜੰਕਸ਼ਨ ਡਾਇਓਡ, ਹੈਨਾ। ਇਹ ਵੀ ਇੱਕ ਸਪੈਸ਼ਲੀ ਡਿਜ਼ਾਈਨ ਪੀਐਨ ਜੰਕਸ਼ਨ ਡਾਇਓਡ ਹੀ ਹੁੰਦੇ ਨੇ। ਕਲੀਅਰ। ਫਸਟ ਆਫ ਆਲ ਲਿਖ ਲਿਓ ਕੀ ਹੁੰਦੇ, ਵੀ ਸਪੈਸ਼ਲੀ ਡਿਜ਼ਾਈਨ ਪੀਐਨ ਜੰਕਸ਼ਨ ਡਾਇਓਡ ਹੀ ਹੁੰਦੇ। ਸੈਕਿੰਡ ਥਿੰਗ ਕਿ ਜਿਹੜੇ ਘਰਾਂ 'ਚ ਜਿਹਦਾ ਸਪਲਾਈ ਆਉਂਦੀ ਆ, ਦੈਟ ਇਜ਼ ਅਲਟਰਨੇਟਿੰਗ ਕਰੰਟ। ਬਟ ਮੋਸਟ ਆਫ ਦਾ ਡਿਵਾਈਸ ਜਿਹੜੇ ਹੁੰਦੇ ਆ ਘਰ ਦੇ ਵਿੱਚ, ਦੇ ਆਪਰੇਟ ਔਨ ਦਾ ਡਾਇਰੈਕਟ ਕਰੰਟ। ਲਾਈਕ ਤੁਸੀਂ ਮੋਬਾਈਲ ਬੈਟਰੀ ਚਾਰਜ, ਫੋਨ ਨੂੰ ਚਾਰਜ ਕਰਨਾ ਨਾ, ਇਟ ਨੀਡ ਡਾਇਰੈਕਟ ਕਰੰਟ। ओके, सो देन ਉੱਥੇ ਇੱਕ ਅਸੀਂ ਡਿਵਾਈਸ ਯੂਜ਼ ਕਰਦੇ ਹਾਂ, ਦੈਟ ਇਜ਼ ਰੈਕਟੀਫਾਇਰ। व्हाट इज अ रेक्टिफायर विच कन्वर्ट AC इनटू DC। ਇੱਕ ਪਾਸੇ ਉਹ ਬਹੁਤ ਜ਼ਿਆਦਾ ਜਿਹੜੀ ਬਹੁਤ ਲੋ ਰੈਜ਼ਿਸਟੈਂਸ ਦੇਗਾ ਕਰੰਟ ਨੂੰ, ਦੂਸਰੇ ਪਾਸੇ ਬਹੁਤ ਹਾਈ ਰੈਜ਼ਿਸਟੈਂਸ ਦੇਗਾ ਟੂ ਦੀ ਫਲੋ ਆਫ ਕਰੰਟ। ਤਿੰਨ ਗੱਲਾਂ ਮੇਨ ਨੋਟ ਕਰ ਲਓ ਕਿ ਸਪੈਸ਼ਲੀ ਡਿਜ਼ਾਈਨ ਪੀਐਨ ਜੰਕਸ਼ਨ ਡਾਇਓਡ ਹੈਗੇ ਨੇ, ਕਨਵਰਟ AC ਇਨਟੂ DC ਐਂਡ ਕੀ ਕਰਦੇ ਆ, ਇੱਕ ਪਾਸੇ ਕਰੰਟ ਨੂੰ ਬਹੁਤ ਲੋ ਰੈਜ਼ਿਸਟੈਂਸ ਦਿੰਦੇ ਆ, ਦੂਸਰੇ ਪਾਸੇ ਬਹੁਤ ਹਾਈ ਰੈਜ਼ਿਸਟੈਂਸ ਦਿੰਦੇ ਆ। ਵਨ ਡਾਇਰੈਕਸ਼ਨ ਤੇ ਲੋ ਰੈਜ਼ਿਸਟੈਂਸ, ਦੂਸਰੀ ਡਾਇਰੈਕਸ਼ਨ ਤੇ ਉਹਨਾਂ ਨੇ ਬਹੁਤ ਜ਼ਿਆਦਾ ਹਾਈ ਰੈਜ਼ਿਸਟੈਂਸ ਆਫਰ ਕਰ ਦੇਣੀ। ਕਲੀਅਰ। ਸੋ ਰੈਕਟੀਫਾਇਰ ਤੁਹਾਨੂੰ ਪਤਾ ਲੱਗ ਗਿਆ, ਇਹ ਦੋ ਤਰ੍ਹਾਂ ਦੇ ਹੁੰਦੇ ਆ, ਹਾਫ ਵੇਵ ਐਂਡ ਫੁੱਲ ਵੇਵ। ਹਾਫ ਵੇਵ ਰੈਕਟੀਫਾਇਰ ਐਂਡ ਫੁੱਲ ਵੇਵ ਰੈਕਟੀਫਾਇਰ। ਫੁੱਲ ਵੇਵ ਰੈਕਟੀਫਾਇਰ ਆਰ ਦ ਫਰਦਰ ਟੂ ਟਾਈਪ, ਸੈਂਟਰਲ ਟੈਪ ਐਂਡ ਬ੍ਰਿਜ ਰੈਕਟੀਫਾਇਰ। क्लियर। एक सेंट्रल टैप ਹੁੰਦਾ, ਇੱਕ ब्रिज रेक्टिफायर। ਇਹ ਵੀ ਨੋਟ डाउन ਕਰ ਲਿਓ। ठीक है, कल्ला कल्ला मैं समझा देना। ठीक है, फर्स्ट इज हाफ वेव रेक्टिफायर। हाफ वेव रेक्टिफायर ਕੀ ਹੁੰਦੇ ਆ, ਥੋੜਾ ਜਿਹਾ ਤੇ ਤੁਹਾਨੂੰ ਡਾਇਗ੍ਰਾਮੈਟਿਕਲੀ ਵੀ ਸਮਝਾਉਣ ਦੀ ਕੋਸ਼ਿਸ਼ ਕਰਦੀ ਆ। दिस इज प्राइमरी कॉइल एंड दिस इज इंडक्टर, दिस इज सेकेंडरी कॉइल। ट्रांसफार्मर बनाया ਹੋਇਆ, ਇੱਥੇ ਅਸੀਂ ਇੱਕ ਡਾਇਓਡ ਲਗਾਇਆ ਹੋਇਆ, ਪੀਐਨ ਜੰਕਸ਼ਨ ਡਾਇਓਡ। ਇੱਥੇ ਲੋਡ ਰੈਜ਼ਿਸਟੈਂਸ ਹੈ, लो रजिस्टेंस पता होना ਜਿਹਦੇ ਅਕ੍ਰੋਸ ਹਮੇਸ਼ਾ ਸਾਨੂੰ ਆਊਟਪੁੱਟ ਮਿਲਦੀ ਹੈ। ਲੋ ਰੈਜ਼ਿਸਟੈਂਸ ਕੀ ਹੁੰਦੀ, ਜਿਹਦੇ ਅਕ੍ਰੋਸ ਸਾਨੂੰ ਆਊਟਪੁੱਟ ਮਿਲਦੀ। ਯਾਦ ਰੱਖਿਓ, ਕਿਉਂਕਿ ਨਿਊਮੈਰੀਕਲ ਬਹੁਤ ਸਾਰੇ ਜਦੋਂ ਕਰਦੇ ਆ ਆਪਾਂ ਵੀ ਸਾਨੂੰ ਤੇ ਪਤਾ ਹੋਣਾ ਚਾਹੀਦਾ व्हाट इज लोड ਰੈਜ਼ਿਸਟੈਂਸ। ਐਂਡ ਜਿਹੜਾ ਡਾਇਓਡ ਹੋਏਗਾ ਉਹ ਹੈਗਾ ਪੀਐਨ ਜੰਕਸ਼ਨ ਡਾਇਓਡ ਸਾਡੇ ਕੋਲ ਹੈਗਾ ਆ। ਕਲੀਅਰ। ਹੁਣ ਦੇਖੋ, ਇਹ ਹੈਗਾ ਅਲਟਰਨੇਟਿਵ ਕਰੰਟ ਦਾ ਨਿਸ਼ਾਨ, ਦੈਟ ਇਜ਼ ਪੋਜ਼ਿਟਿਵ ਨੈਗੇਟਿਵ, ਪੋਜ਼ਿਟਿਵ ਨੈਗੇਟਿਵ ਸਾਈਕਲ। ਇਹ ਸਾਡੇ ਕੋਲ ਕੀ ਹੈਗੀ, ਇਨਪੁੱਟ। ਦਿਸ ਇਜ਼ ਇਨਪੁੱਟ। ਤੇ ਇੱਥੇ ਅਸੀਂ ਲੈਣੀ ਹੈਗੀ ਆਊਟਪੁੱਟ, ਜਿਹੜੀ ਸਾਨੂੰ ਕੀ ਚਾਹੀਦੀ ਹੈ, ਡਾਇਰੈਕਟ ਕਰੰਟ ਦੀ ਚਾਹੀਦੀ ਹੈ। ਡਾਇਰੈਕਟ ਕਰੰਟ ਦੀ ਆਊਟਪੁੱਟ ਕਿੱਦਾਂ ਦੀ ਦੇ ਦਾਂਗੇ। ਠੀਕ ਆ, ਸੋ ਹੁਣ ਅਸੀਂ ਦੇਖਦੇ ਸਾਨੂੰ ਇੱਥੇ ਕਿੱਦਾਂ ਦੀ ਇਨਪੁੱਟ ਹੋਏਗੀ। ਦੇਖੋ, ਕੋਈ ਵੀ ਡਿਵਾਈਸ ਹੈਗਾ ਨਾ, ਉਹ ਕਿਸੇ ਸਿਧਾਂਤ ਤੇ ਕੰਮ ਕਰਦਾ, ਕਿਸੇ ਨਾ ਕਿਸੇ ਪ੍ਰਿੰਸੀਪਲ ਤੇ ਕੰਮ ਕਰਦਾ। ਰੈਕਟੀਫਾਇਰ ਕਿਸ ਪ੍ਰਿੰਸੀਪਲ ਤੇ ਕੰਮ ਕਰਦਾ ਕਿ ਜਦੋਂ ਵੀ ਫਾਰਵਰਡ ਵਾਈਸਿੰਗ ਹੋਏਗੀ, ਜਦੋਂ ਵੀ ਡਾਇਓਡ ਫਾਰਵਰਡ ਵਾਈਸਿੰਗ ਚ ਹੋਏਗਾ, ਇਹ ਸਾਨੂੰ आउटपुट देगा। दैट मीन्स ये जो करंट फ्लो करेगा, ये कंडक्ट करेगा एंड वी विल गेट आउटपुट। बट जदों इन्हें रिवर्स वाइस हो जाना, इट विल नॉन कंडक्ट एंड विल नॉट गिव द आउटपुट। क्लियर। किहड़े प्रिंसिपल ते काम करदा, रेक्टिफायर किस प्रिंसिपल ते चलदे आ कि व्हेनेवर द डायोड इज फॉरवर्ड वाइस, इट विल गिव यू द आउटपुट, डायरेक्ट करंट दी आउटपुट देगा, क्योंकि ये कंडक्ट करेगा, जो करंट फ्लो करेगा, रेजिस्टेंस बहुत घट लगेगी। बट इन केस ये रिवर्स बाइस हो जाता है, उतो नेग्लिजिबल करंट फ्लो करेगा एंड देयर विल बी नो आउटपुट। सो दिस इज द कंसेप्ट। इन्ना तुहानू पहला पता होना चाहिए कि किस प्रिंसिपल ते काम करदा, फिर ही वर्किंग समझ आएगी। हुण देखो, तुहानू दसदी हां होया कि इत्थों ਅਸੀਂ पॉजिटिव साइकिल दिता ना, पहला हाफ साइकिल दिता, ये थोड़ा क्लियर बना देनी मैं। ये साडे कोल इनपुट है, तुसी पहला पॉजिटिव हाफ साइकिल दिता है। डायोड की हो गया फॉरवर्ड वाइस, डायोड की हो गया फॉरवर्ड वाइस, दैट मीन्स ਤੁਹਾਨੂੰ ਆਊਟਪੁੱਟ ਮਿਲ ਗਈ। ਦੂਸਰੀ ਵਾਰ ਦਿੱਤਾ ਸੀ ਨੈਗੇਟਿਵ ਸਾਈਕਲ। ਨੈਗੇਟਿਵ ਸਾਈਕਲ ਜਦੋਂ ਦਿੱਤਾ, ਇਹ ਕੀ ਹੋ ਗਿਆ, ਰਿਵਰਸ ਬਾਈਸ। ਰਿਵਰਸ ਬਾਈਸ ਚ ਹਾਈ ਰੈਜ਼ਿਸਟੈਂਸ ਆਫਰ ਹੋਣੀ ਹੈ, ਕਰੰਟ ਫਲੋ ਨਹੀਂ ਕਰਨਾ, ਉੱਥੇ ਆਊਟਪੁੱਟ ਸਾਨੂੰ ਨਹੀਂ ਮਿਲਣੀ, ਯਾਨੀ ਇੰਨਾ ਪੋਰਸ਼ਨ ਕੀ ਰਹਿ ਜਾਣਾ ਖਾਲੀ। ਜੇ ਮੈਨੂੰ ਇੱਥੇ ਡਰਾ ਕਰਾਂ ਪੋਜ਼ਿਟਿਵ ਨੈਗੇਟਿਵ, ਪੋਜ਼ਿਟਿਵ ਨੈਗੇਟਿਵ, ਪਹਿਲੇ ਸਾਈਕਲ ਤੋਂ ਤੁਹਾਨੂੰ ਆਊਟਪੁੱਟ ਮਿਲ ਗਈ, ਦੂਸਰੇ ਸਾਈਕਲ ਤੇ ਕੋਈ ਆਊਟਪੁੱਟ ਨਹੀਂ ਮਿਲਣੀ, ਇਹ ਖਾਲੀ ਰਹੇਗਾ। ਹੁਣ ਜਦੋਂ ਅਗੇਨ ਪੋਜ਼ਿਟਿਵ ਸਾਈਕਲ ਦੋਗੇ ਨੇ, ਫਿਰ ਫਾਰਵਰਡ ਵਾਈਸ ਹੋ ਜਾਣਾ, ਫਿਰ ਤੁਹਾਨੂੰ ਕੀ ਮਿਲਦਾ ਨਹੀਂ, ਆਊਟਪੁੱਟ। ਨੈਗੇਟਿਵ ਤੇ ਫਿਰ ਨਹੀਂ ਮਿਲਣੀ, ਫਿਰ ਪੋਜ਼ਿਟਿਵ ਤੇ ਕੀ ਮਿਲਦਾ ਨਹੀਂ, ਆਊਟਪੁੱਟ। ਸੋ ਦੇਖੋ, ਟੁੱਟਮਾ ਤੁਹਾਨੂੰ ਮਿਲੇਗਾ ਇੱਥੇ। दैट मीन्स ताही दा नाम रखिया हाफ वेव रेक्टिफायर, मतलब अद्धी वेव ही रेक्टिफाई हुंदी है, फुल वेव जिहड़ी रेक्टिफाई नहीं हुंदी।
क्लियर ओके ਇਹ ਹੋ ਗਿਆ ਹਾਫ ਵੇਵ ਦਾ ਕਿ ਕਿੱਦਾਂ ਰੈਕਟੀਫਾਈ ਹੁੰਦਾ ਤੇ ਇੱਥੇ ਆਊਟਪੁੱਟ ਤੁਹਾਨੂੰ ਇਹਦੇ ਅਕ੍ਰੋਸ ਮਿਲ ਜਾਏਗੀ ਕਿੱਦਾਂ ਦੀ ਆਊਟਪੁੱਟ ਮਿਲੇਗੀ ਨੈਗੇਟਿਵ ਸਾਈਕਲ ਛੱਡ ਕੇ ਪੋਜ਼ਿਟਿਵ ਮਿਲੇਗੀ ਅੱਧੀ ਵੇਵ ਹੀ ਰੈਕਟੀਫਾਈ ਹੋ ਪਾਏਗੀ ਨੈਕਸਟ ਇਸ ਦਾ ਅਸੀਂ ਕਰਦੇ ਆ ਫੁੱਲ ਵੇਵ ਰੈਕਟੀਫਾਇਰ ਫੁੱਲ ਵੇਵ ਤੇ ਰੈਕਟੀਫਾਇਰ ਤੇ ਬਸ ਕੀ ਕਰਦੇ ਆ ਆਪਾਂ ਜਿੱਥੇ ਇੱਕ ਡਾਇਓਡ ਆ ਉਹਦੇ ਕਿੰਨੇ ਡਾਇਓਡ ਲਗਾ ਦਿੰਦੇ ਦੋ ਡਾਇਓਡ ਲਗਾ ਦਿੰਦੇ this is secondary coil this is diode D1 and this is diode D2 ਇਹ ਨਾਲੇ ਸੈਂਟਰਲ ਟੈਪ ਪਹਿਲਾਂ ਆਪਾਂ ਕਰਨ ਲੱਗੇ ਆ ਇਹਦੇ ਵਿੱਚ ਤੁਹਾਨੂੰ ਜਿਹੜੀ ਲੋਡ ਰੈਜ਼ਿਸਟੈਂਸ ਆ ਉਹ ਸੈਂਟਰ ਦੇ ਮਿਲੇਗੀ this is your load resistance ਜਿਹਦੇ ਅਕ੍ਰੋਸ ਤੁਹਾਨੂੰ ਕੀ ਮਿਲਦੀ ਆ ਆਊਟਪੁੱਟ ਵੋਲਟੇਜ ਹੁਣ ਦੇਖੋ ਇੱਥੇ ਕੀ ਹੁੰਦਾ ਆ ਜਦੋਂ ਤਾਂ ਤੁਸੀਂ ਪੋਜ਼ਿਟਿਵ ਹਾਫ ਸਾਈਕਲ ਦਿੰਦੇ ਹੋ ਜਦੋਂ ਤੁਸੀਂ ਆਹ ਵਾਲਾ ਪੋਜ਼ਿਟਿਵ ਇਨਪੁੱਟ ਦਾ ਪੋਜ਼ਿਟਿਵ ਹਾਫ ਸਾਈਕਲ ਦਿੱਤਾ ਉਦੋਂ ਤਾਂ ਕੀ ਹੋਣਾ ਡਾਇਓਡ D1 ਨੇ ਫਾਰਵਰਡ ਵਾਈਸ ਹੋ ਜਾਣਾ ਇਹਨੇ ਰਿਵਰਸ ਵਾਈਸ ਹੋ ਜਾਣਾ ਸੋ ਕਿਸ ਪ੍ਰਿੰਸੀਪਲ ਤੇ ਕੰਮ ਕਰਦਾ ਕਿ ਡਾਇਓਡ ਜਿਹੜਾ ਫਾਰਵਰਡ ਵਾਈਸ ਹੋਏਗਾ ਸਾਨੂੰ ਆਊਟਪੁੱਟ ਦੇਗਾ ਲਾਈਕ ਜੇ ਮੈਂ ਇੱਥੇ ਆਊਟਪੁੱਟ ਡਰਾ ਕਰਨੀ ਹੋਵੇ ਇਹ ਮੰਨ ਲਓ D1 ਹੈ ਮੇਰੇ ਕੋਲ D2 ਹੈ यानी D1 ने जो मैं इनपुट ले लेनी पॉजिटिव जो पॉजिटिव साइकिल दिता डायोड D1 ने की देती आउटपुट देती हुन जो मैं नेगेटिव साइकिल दिता है वाला नेगेटिव साइकिल दिता डायोड D1 ने ओदे नाल रिवर्स बायस डायोड D2 ने की ओदे नाल फॉरवर्ड बायस ये सेटअप ही इस हिसाब नाल कीती हुंदी कि जो असि फॉरवर्ड बायस ही करांगे एक डायोड फॉरवर्ड बायस होना दूसरा रिवर्स जो दूसरा साइकिल दवांगे एक फॉरवर्ड रिवर्स इदा हो जाना ये सेटअप इस हिसाब नाल ਹੁਣ ਨੈਗੇਟਿਵ ਦਿੱਤਾ ਤੇ ਡਾਇਓਡ D1 ਰਿਵਰਸ ਬਾਈਸ ਹੋ ਗਿਆ ਤਾਂ ਸਾਨੂੰ ਆਊਟਪੁੱਟ ਨਹੀਂ ਦੇਗਾ ਸੋ ਇਹਦੇ ਸਾਹਮਣੇ ਸਾਨੂੰ ਆਊਟਪੁੱਟ ਕੌਣ ਦੇਗਾ D2 ਕਲੀਅਰ ਸੋ ਇੱਥੇ ਸਾਨੂੰ ਕਿਹਨੇ ਆਊਟਪੁੱਟ ਦੇਤੀ D2 ਇਹਦੀ ਅਗਲੇ ਸਾਈਕਲ ਦੇ ਕੌਣ ਦੇ ਦੇਗਾ D1 ਜੇ ਅਸੀਂ ਟੋਟਲ ਕਰੀਏ ਇਹਨਾਂ ਨੂੰ ਜੋੜ ਦਈਏ ਤਾਂ ਤੁਸੀਂ ਦੇਖੋ ਤੁਹਾਨੂੰ ਪੂਰੀ ਆਊਟਪੁੱਟ ਮਿਲੇਗੀ D1 plus D2 ਤੋਂ D1 D2 मतलब फुल AC के कन्वर्ट हो गया DC ਦੇ ਵਿੱਚ ਕਨਵਰਟ ਹੋ ਗਿਆ AC ਕਰਕੇ ਦਾ ਨਾਮ ਰੱਖਿਆ ਫੁੱਲ ਵੇਵ ਰੈਕਟੀਫਾਇਰ ਕਿ ਪੂਰੀ ਵੇਵ ਨੇ ਰੈਕਟੀਫਾਈ ਹੋ ਜਾਣਾ क्लियर सो ये सीगा सेंट्रल जे सेंट्रल की जगह मैं करना होवे ब्रिज ब्रिज च की तुसी याद रखना ज्यादा नहीं हैगा कि ओदे विच की करदे आ आपां थोड़ा इनू नीचे ने करके बना लेंगे ये सी प्राइमरी कॉइल लगाई हुई है दिस इज योर सेकेंडरी कॉइल एंड ਇਹਦੇ ਵਿੱਚ ਆਪਾਂ ਚਾਰ ਡਾਇਓਡ ਯੂਜ਼ ਕਰਦੇ ਆ ਕਿਉਂ ਕਿਉਂਕਿ ਜਿਹੜੀ ਪਿਛਲੀ ਆਪਾਂ ਜਿਹੜਾ ਸੈਂਟਰਲ ਟੈਪ ਯੂਜ਼ ਕਰਦੇ ਆ ਨਾ ਸੈਂਟਰਲ ਟੈਪ ਦੇ ਵਿੱਚ ਇੱਕ ਹੀ ਡਾਇਓਡ ਹੁੰਦਾ ਇਦਾਂ ਦਾ ਜਿਹੜਾ ਨਾਨ ਕੰਡਕਟ ਹੁੰਦਾ ਫਿਰ ਇੱਕ ਕੰਡਕਟ ਹੁੰਦਾ ਨਾਨ ਕੰਡਕਟ ਤੋਂ ਸਾਨੂੰ ਪੀਕ ਇਨਵਰਸ ਵੋਲਟੇਜ ਮਿਲਦੀ ਆ ਪੀਕ ਇਨਵਰਸ ਵੋਲਟੇਜ ਕਹਿੰਦੇ ਮੈਕਸਿਮਮ ਵੋਲਟੇਜ ਡਿਊਰਿੰਗ ਨਾਨ ਕੰਡਕਟੈਂਸ ਠੀਕ ਹੈ ਜਿਹਦੇ ਕਰਕੇ ਉਹ ਜਿਹੜਾ ਆ ਬਹੁਤ ਹਾਈ ਵੋਲਟੇਜ ਡਿਵਾਈਸਿਸ ਤੇ ਕੰਮ ਨਹੀਂ ਕਰ ਪਾਉਂਦਾ ਦੈਟ ਇਜ਼ ਵਾਈ ਆਪਾਂ ਯੂਜ਼ ਕਰਦੇ ਆ ਫਿਰ ਬ੍ਰਿਜ ਵਾਲਾ ब्रिज फुल वेव रेक्टिफायर हाई वोल्टेज डिवाइसेस ते भी यूज हो जाएगा ਇਹਦੇ ਵਿੱਚ ਆਪਾਂ ਚਾਰ ਡਾਇਓਡ ਲਗਾਉਂਦੇ ਆ ਕੁਝ ਕਿਦਾਂ ਦੀ ਸਟਰਕਚਰ ਹੁੰਦੀ ਆ ਠੀਕ ਹੈ ਸੋ ਇੱਕ ਡਾਇਓਡ ਇਦਾਂ ਲੱਗਾ ਹੋਏਗਾ D1 ਦੂਸਰਾ ਡਾਇਓਡ ਇਦਾਂ ਲੱਗਾ ਹੋਏਗਾ D2 ਦੈਨ ਇਹ ਵਾਲਾ ਹੋਏਗਾ D1 this is D2 this is D3 and this is D4 सेंटर दे विच अगेन लोड रेजिस्टेंस उत्थे रहेगी क्लियर सो इदा कुछ सेटअप जी होएगी तुसी बस समझने की थोड़ा जिहा कोशिश करियो डायग्राम तो मेरी इदा नहीं है D1 डायोड D2 D3 एंड D4 इत्थे लोड रेजिस्टेंस हुण इहदे विच की हुंदा आ कि जदों पॉजिटिव हाफ साइकिल देना ना डायोड D2 ते D3 ने की हो जाना फॉरवर्ड वाइज ये दोनों की हो जाएंगे फॉरवर्ड वाइज ये दोनों की हो जाने रिवर्स वाइज ते सानू हुण आउटपुट कितों मिल जानी D2 ते D3 तो सो पहले पॉजिटिव हाफ साइकिल दैन D2 ते D3 तो सानू मिल गई आउटपुट जो अगला नेगेटिव साइकिल देना है उदों इन्हां ने फॉरवर्ड वाइज हो जाना इन्हां ने की हो जाना रिवर्स वाइज यानी उस केस दे विच नेगेटिव दे दौरान सानू आउटपुट कितों मिल जानी इत्थे बस सेम ही है पिछले वांग सेंटर वाले वांग फर्क की उत्थे आपां दो डायोड यूज करदे सी इत्थे चार तां कि साडे कोल एटलीस्ट इदां दे दो डायोड तां हुण जिहड़ी नॉन कंडक्टेंस दे दौरान मतलब सानू हाई पीक इनवर्स वोल्टेज जिहड़ी सानू दोवां तो मिल सके तां कि असीं इन्हां नूं हाई वोल्टेज डिवाइसेस दे विच भी यूज कर सकीए क्लियर सो ये तो सीगा इहदे बारे थोड़ा थोड़ा कि रेक्टिफायर की हुंदे आ हाफ वेव फुल वेव रेक्टिफायर सो ये जिहड़े मैं इन्ने बड़े फॉर्मूले लिखे ये बहुत ज्यादा इंपॉर्टेंट है ये कंपैरिजन लिखा होया जिन्हां नूं मैं ऊपर एक्सप्लेन भी किया होया थोड़ा थोड़ा समझा देनी है सारा सब तो पहला IM मैक्सिमम करंट ऑलवेज हाफ वेव फुल वेव लिए सेम रहेगा दैट इज EM अपॉन RF प्लस RL EM अपॉन RF प्लस RL क्लियर RL की है लोड रेजिस्टेंस RF की है फॉरवर्ड रेजिस्टेंस दिस इज स्मॉल r
मैं नाल तां बोलदी पई, कई बारी तुहानूं इत्थों क्लीयर नहीं हुंदा हैगा देख के, देन मैं बोलदी हां, तुसीं उत्थों लिख लिओ फिर, ठीक है। IDC डीसी ਜਿਹੜਾ ਤੁਹਾਨੂੰ ਡਾਇਰੈਕਟ ਜਿਹੜਾ ਡੀਸੀ ਕਰੰਟ ਮਿਲੇਗਾ ਆਊਟਪੁੱਟ ਤੇ ਉਹ ਕਿੰਨਾ ਮਿਲੇਗਾ ਇਨ ਕੇਸ ਆਫ ਹਾਫ ਵੇਵ ਰੈਕਟੀਫਾਇਰ IM upon ਪਾਈ, ਫੁੱਲ ਵੇਵ ਦੇ ਕੇਸ 'ਚ 2 IM upon ਪਾਈ। ਕਲੀਅਰ। रूट मीन्स क्लियर, ये ਤੁਹਾਨੂੰ ਇਨਪੁਟ ਤੇ ਮਿਲੇਗਾ ਜਦੋਂ ਤੁਸੀਂ ਇਨਪੁਟ ਤੇ ਕਰੰਟ ਕੱਢਣਾ, ਇਹ ਲਓਗੇ ਆਊਟਪੁੱਟ ਤੇ ਲਓਗੇ, ਠੀਕ ਹੈ। IRMS ਕਿੰਨਾ ਹੋ ਗਿਆ IM upon 2, ਕਿੰਨਾ ਹੋ ਗਿਆ IM upon 2, ਫੁੱਲ ਵੇਵ ਦੇ ਕੇਸ 'ਚ IM upon √2। ਇਹ ਸਾਰੇ ਪਤਾ, ਇਹ ਸਾਰੇ ਆਰਟੀਕਲ ਬੁੱਕ 'ਚ ਡਰਾਈਵ ਕੀਤੇ ਹੋਏ, ਅਸੀਂ ਆਰਟੀਕਲ ਨਹੀਂ ਕਰਨੇ, ਅਸੀਂ ਜਸਟ ਫਾਰਮੂਲੇ ਯਾਦ ਕਰਨੇ। ਐਫੀਸ਼ੀਐਂਸੀ ਕੀ ਹੁੰਦੀ, what is the meaning of efficiency ਕਿ ਇਹ ਆਪਰੇਟਸ ਕਿੰਨਾ ਕੁ ਐਫੀਸ਼ੀਐਂਟ ਆ, ਮਤਲਬ ਕਿੰਨਾ ਕੁ AC ਨੂੰ ਇਹਨੇ DC 'ਚ ਕਨਵਰਟ ਕਰ ਦਿੱਤਾ। ਅਸੀਂ AC ਦੇ ਕੰਪੈਰੀਜ਼ਨ ਦੇਖਦੇ DC, this is the efficiency, ਨਿਸ਼ਾਨ ਇਹਦਾ ਹੈਗਾ ਈਟਾ, that is power DC upon AC, ਮਤਲਬ ਕਿੰਨੀ DC ਮਿਲੀ ਸਾਨੂੰ ਐਜ਼ ਕੰਪੈਰੀਜ਼ਨ ਟੂ AC, ਠੀਕ ਹੈ। ਫਾਰਮੂਲਾ ਵੀ ਆਣਾ ਚਾਹੀਦਾ। ਇਹ ਜਦੋਂ ਅਸੀਂ ਹਾਫ ਵੇਵ ਦੇ ਕੇਸ ਕਰਦੇ ਆ 40.6 ਹੁੰਦੀ ਆ, ਫੁੱਲ ਵੇਵ ਦੇ ਚ ਵੱਧ ਗਈ ਨਾ ਐਫੀਸ਼ੀਐਂਸੀ, ਕਿਉਂਕਿ ਉੱਥੇ ਪੂਰੀ ਵੇਵ ਰੈਕਟੀਫਾਈ ਹੋ ਗਈ, ਦੇਖੋ ਡਬਲ ਆ, ਉੱਤੋਂ ਡਬਲ। रिपल फैक्टर, व्हाट इज द रिपल फैक्टर, इंपॉर्टेंट है, जरूर समझियो, क्योंकि अगले वीडियोस विच मैं तुहानू करवाने हैगे आ फिल्टर्स कराने, उत्थे तुहानू पता होना चाहिए इस चीज बारे। सुनो, AC के च कन्वर्ट हुंदा DC दे विच। नेक्स्ट ਅਸੀਂ ਕਰ ਰਹੇ ਸੀਗੇ रिपल फैक्टर। व्हाट इज द रिपल फैक्टर, देखो AC ਨੂੰ ਕਨਵਰਟ ਕੀਤਾ DC ਦੇ ਵਿੱਚ, एक्चुअली की ਹੁੰਦਾ ਆ ਫੁੱਲੀ AC ਪੂਰਾ DC ਚ ਕਨਵਰਟ ਨਹੀਂ ਹੁੰਦਾ, ਥੋੜੀ ਜਿਹੀ DC ਦੇ ਵਿੱਚ ਕੀ ਆ ਜਾਂਦੀ AC ਦੀ ਵੀ ਅਮਾਉਂਟ ਆ ਜਾਂਦੀ, ਦੈਟ ਇਜ਼ ਕਾਲਡ ਰਿਪਲ ਫੈਕਟਰ। ਰਿਪਲ ਫੈਕਟਰ ਕੀ ਚੀਜ਼ ਆ ਕਿ ਜਿਹੜੀ ਅਸੀਂ ਆਊਟਪੁੱਟ ਲਈ ਨਾ DC, ਦੈਟ ਇਜ਼ ਨਾਟ ਪਿਓਰ, ਉਹਦੇ ਵਿੱਚ ਸਮ ਅਮਾਉਂਟ ਕੀ ਆ ਗਿਆ AC, ਦੈਟ ਇਜ਼ ਕਾਲਡ ਰਿਪਲ ਫੈਕਟਰ। ਸੋ ਹਾਫ ਵੇਵ ਦੇ ਲਈ ਕੇਸ ਜ਼ਿਆਦਾ ਹੁੰਦਾ 1.21, ਫੁੱਲ ਵੇਵ ਚ ਥੋੜਾ ਘਟ ਜਾਂਦਾ 0.48, ਦੈਟ ਮੀਨਸ ਇਹ ਜ਼ਿਆਦਾ ਵਧੀਆ ਹੈ। ਜਿਹਦੇ ਵਿੱਚ ਦੇਖੋ ਅਸੀਂ ਪਿਓਰ ਚੀਜ਼ ਚਾਹੁੰਦੇ ਹਾਂ, ਅਸੀਂ AC ਤੋਂ DC ਚਾਹੁੰਦੇ ਹਾਂ, ਜੇ ਵਿੱਚ AC ਆਈ ਗਿਆ ਦੈਟ ਮੀਨਸ ਉਹ ਆਪਰੇਟਸ ਇੰਨਾ ਵਧੀਆ ਨਹੀਂ, ਇਸ ਲਈ ਅਸੀਂ ਕਹਾਂਗੇ ਫੁੱਲ ਵੇਵ ਰੈਕਟੀਫਾਇਰ ਜ਼ਿਆਦਾ ਵਧੀਆ, ਕਿਉਂਕਿ ਉਹ ਚ ਰਿਪਲ ਫੈਕਟਰ ਦੀ ਵੈਲਿਊ ਘੱਟ ਆਈ, ਅਗਰ DC ਦੇ ਵਿੱਚ AC ਦਾ ਥੋੜੀ ਅਮਾਉਂਟ ਘੱਟ ਆਈ। ਕਲੀਅਰ। ਨੈਕਸਟ ਇਜ਼ ਦ ਪੀਕ ਇਨਵਰਸ ਵੋਲਟੇਜ, ਵੈਰੀ ਇੰਪੋਰਟੈਂਟ ਕਿ ਮੈਕਸਿਮਮ ਵੋਲਟੇਜ ਡਿਊਰਿੰਗ ਨਾਨ ਕੰਡਕਟੈਂਸ, ਜਿਹੜੀ ਚੀਜ਼ ਨਾਨ ਕੰਡਕਟੈਂਸ ਹੈ ਰਿਵਰਸ ਬਾਈਸਿੰਗ ਚ ਹੋਏਗੀ, ਉਹ ਵਾਲਾ ਪੀ ਉੱਥੇ ਕਿੰਨੀ ਮੈਕਸਿਮਮ ਵੋਲਟੇਜ ਹੈ। ਇਨ ਕੇਸ ਆਫ ਹਾਫ ਵੇਵ ਰੈਕਟੀਫਾਇਰ ਇਟ ਇਜ਼ EM, ਇਨ ਕੇਸ ਆਫ ਫੁੱਲ ਵੇਵ ਰੈਕਟੀਫਾਇਰ ਇਟ ਇਜ਼ 2M EM। ਕਲੀਅਰ, ਇਹ ਯਾਦ ਰੱਖੋ। ਇਹ ਵਾਲੇ ਫਾਰਮੂਲੇ ਮੈਂ ਤੁਹਾਨੂੰ ਦੱਸਤੇ, ਦਿਸ ਇਜ਼ ਦਾ ਸਾਈਨ ਆਫ ਰਿਪਲ ਫੈਕਟਰ। ਇਹ ਕੀ ਹੋਏਗਾ AC ਕਿੰਨਾ ਆਇਆ DC ਦੇ ਵਿੱਚ, ਹੈਨਾ ਸਮਝਾ ਦਿੱਤਾ ਨਾ ਰਿਪਲ ਫੈਕਟਰ ਚੀਜ਼ ਕੀ ਹੈ, ਰੇਸ਼ੋ ਆਫ AC ਟੂ DC, ਇਹ ਸਮਝਾ ਦਿੱਤੇ। ਹੁਣ ਥੋੜੀਆਂ ਆ ਚੀਜ਼ਾਂ ਦੇਖਣ ਦੀ ਕੋਸ਼ਿਸ਼ ਕਰੋ, ਕੀ ਚੀਜ਼ ਆ। ਹਾਫ ਵੇਵ ਰੈਕਟੀਫਾਇਰ ਦੀ ਕੇਸ ਮੈਂ ਮੈਕਸਿਮਮ ਵੋਲਟੇਜ ਦੇਖਣੀ ਆ ਪ੍ਰਾਇਮਰੀ ਕੋਇਲ, ਸੈਕੰਡਰੀ ਕੋਇਲ ਲਿਖਣਾ। ਪ੍ਰਾਇਮਰੀ ਮੈਕਸਿਮਮ ਵੋਲਟੇਜ ਕੀ ਹੁੰਦੀ ਹਮੇਸ਼ਾ RMS ਮਲਟੀਪਲਾਈ ਬਾय √2। ਇਹ ਫਾਰਮੂਲੇ ਬਹੁਤ ਜਗ੍ਹਾ ਯੂਜ਼ ਨੇ, ਕਿਉਂਕਿ ਮਾਸਟਰ ਕੈਡਰ ਚ ਵੀ ਨਿਊਮੈਰੀਕਲ ਆਇਆ ਸੀ, ਇਦਾਂ ਦੇ ਹੀ ਛੋਟੇ ਫਾਰਮੂਲੇ ਚੋਂ ਡਾਇਰੈਕਟ ਕੁਐਸਚਨ ਆਇਆ ਸੀਗਾ, ਜਿਹਦੇ ਵਿੱਚ ਨਿੱਕਾ ਜਿਹਾ ਫਾਰਮੂਲਾ ਲੱਗਦਾ ਸੀਗਾ। ਇਸ ਲਈ ਸਾਰੇ ਫਾਰਮੂਲੇ ਧਿਆਨ ਨਾਲ ਕਰਨੇ ਤੁਸੀਂ, ਇਹ ਤਾਂ ਜ਼ਿਆਦਾ ਧਿਆਨ ਨਾਲ ਕਰਨਾ ਜਿਹੜੇ ਹੁਣ ਮੈਂ ਕਰਵਾਉਣ ਲੱਗੀ। ਮੈਕਸਿਮਮ ਪ੍ਰਾਇਮਰੀ ਦੇ ਕਿੰਨੀ ਹੋਗੀ RMS upon √2। ਫੁੱਲ ਵੇਵ ਦੇ ਕੇਸ ਦੇ ਵਿੱਚ ਵੀ ਇਹ ਚੀਜ਼ ਸੇਮ ਰਹੇਗੀ, ਦਿਸ ਇਜ਼ ਸੇਮ ਇਨ ਕੇਸ ਆਫ ਫੁੱਲ ਵੇਵ ਰੈਕਟੀਫਾਇਰ। ਜਦੋਂ ਅਸੀਂ ਗੱਲ ਕਰਾਂਗੇ ਮੈਕਸਿਮਮ ਵੋਲਟੇਜ ਐਟ ਸੈਕੰਡਰੀ, ਠੀਕ ਹੈ, ਮੈਕਸਿਮਮ ਸੈਕੰਡਰੀ ਵੋਲਟੇਜ, ਇਹ ਹੈਗੀ ਮੈਕਸਿਮਮ ਪ੍ਰਾਇਮਰੀ, P ਫॉर ਪ੍ਰਾਇਮਰੀ, S ਫॉर ਸੈਕੰਡਰੀ। मैक्सिमम सेकेंडरी वोल्टेज की होगी प्राइमरी वोल्टेज मैक्सिमम मल्टीप्लाई बाय NP अपॉन NS। व्हाट इज NP अपॉन NS? वैसे प्राइमरी कॉइल बनाई सी ना, इदी एक सेकेंडरी कॉइल बनाई सी, ठीक है, इंडक्टर लगा के विच एक सेकेंडरी कॉइल बनाई सी। दिस इज द नंबर ऑफ टर्न्स, ये जिहड़ियां टर्न्स आ ना दीज आर कॉल्ड NP NS। एदियां कॉइल्स जिहड़ियां टर्न्स होंगियां NP, एदियां होंगियां NS। ट्रांसफार्मर च यूज करदे आपां, इत्थे होगा NP मतलब प्राइमरी दियां टर्न्स टू दी सेकेंडरी दियां टर्न्स। ਜਦੋਂ ਅਸੀਂ ਫੁੱਲ ਵੇਵ ਲਵਾਂਗੇ ਸੇਮ ਰਹੇਗਾ, ਬਸ ਫਾਰਮੂਲਾ ਉਲਟ ਜਾਏਗਾ ਤੇ ਸੈਕੰਡਰੀ ਅਪॉन ਪ੍ਰਾਇਮਰੀ ਹੋ ਜਾਏਗਾ। ਯਾਦ ਰੱਖਣੀ ਹੈ ਫਾਰਮੂਲੇ ਨਿਊਮੈਰੀਕਲ ਆ ਸਕਦਾ। ਉਸ ਤੋਂ ਬਾਅਦ ਨਾ EDC ਹੋਏਗਾ EMS upon ਪਾਈ। ਇਹਦੇ ਕੇਸ ਦੇ ਵਿੱਚ ਜਿਹੜਾ EDC ਹੋਏਗਾ ਇਹ ਹੈਗਾ ਹਾਫ ਵੇਵ ਦੇ ਕੇਸ ਦੇ ਵਿੱਚ। EDC ਕੀ ਹੋਏਗਾ EM ਮੈਕਸਿਮਮ ਸੈਕੰਡਰੀ ਵੋਲਟੇਜ upon ਪਾਈ। ਜਦੋਂ ਅਸੀਂ ਫੁੱਲ ਵੇਵ ਦੇ ਵਿੱਚ ਕਰਾਂਗੇ ਜਿਹੜਾ ਆਊਟਪੁੱਟ ਵੋਲਟੇਜ ਆਪਾਂ ਦੇਖਾਂਗੇ ਨਾ, मैक्सिमम आउटपुट वोल्टेज इक्वल टू 2EM, EMS वाला ही रहेगा सेकेंडरी ते मैक्सिमम वोल्टेज अपॉन पाई, मतलब बिल्कुल ਇਹਦਾ डबल हो जाएगी फुल दे केस। फुल दे केस ਕੀ ਹੋਦਾ ਨਾ ਜਿਹੜੀ ਆਊਟਪੁੱਟ ਵੋਲਟੇਜ ਹੈ ਬਿਲਕੁਲ ਡਬਲ ਹੋ ਜਾਣੀ। ਕਲੀਅਰ ਹੁੰਦੀ ਪਈ ਗੱਲ? ਕਿੰਨਾ ਜਿਹਾ ਕੁਐਸਚਨ ਬਣਿਆ, ਇਸ ਲਈ ਇਹਨਾਂ ਨੂੰ ਇਗਨੋਰ ਨਾ ਕਰੋ। ਬੋਲ ਮੈਂ ਤਾਂ ਰਹੀ ਇਹ ਚੀਜ਼ਾਂ ਨਾਲ ਕਿਉਂਕਿ ਇੱਥੇ ਥੋੜਾ ਬਿਲਕੁਲ ਨਾਲ ਲਿਖਿਆ ਹੋਇਆ, ਜੇ ਮੈਂ ਬੋਲਾਂਗੀ ਤੁਸੀਂ ਉਹਨੂੰ ਲਿਖ ਲਓ ਨਾਲ। ਕਲੀਅਰ ਕਿ ਹਾਫ ਵੇਵ ਦੇ ਕੇਸ ਚ ਮੈਕਸਿਮਮ ਪ੍ਰਾਇਮਰੀ ਵੋਲਟੇਜ ਕੱਢੀ ਹੋਈ ਆ, ਠੀਕ ਹੈ, ਮੈਕਸਿਮਮ ਸੈਕੰਡਰੀ ਵੋਲਟੇਜ ਤੇ ਆਊਟਪੁੱਟ ਮੈਕਸਿਮਮ ਸੈਕੰਡਰੀ ਵੋਲਟੇਜ अपॉन पाई।
ਇਹ ਫੁੱਲ ਵੇਵ ਦੇ ਕੇਸ 'ਚ ਆ, ਇਹ ਹਾਫ ਵੇਵ ਦੇ ਕੇਸ 'ਚ ਆ, ਇਹ ਸਾਰਾ ਫੁੱਲ ਵੇਵ ਦੇ। ਬਸ ਇਹ 'ਚ ਫਰਕ ਕੀ ਆਇਆ, ਇਹ ਚੀਜ਼ ਤਾਂ ਸੇਮ ਰਹਿਣੀ ਆ, ਇੱਕ NS/NP ਹੋਇਆ, ਉੱਥੇ NP/NS ਸੀਗਾ, ਇੱਥੇ 2 ਲੱਗ ਗਿਆ। ਤੇ ਪੀਕ ਇਨਵਰਸ ਵੋਲਟੇਜ ਦੇਖ ਲਓ ਹੁਣ, ਜਦੋਂ ਤਾਂ ਹਾਫ ਵੇਵ ਆ ਉਹ ਤਾਂ ਪੀਕ ਇਨਵਰਸ ਵੋਲਟੇਜ ਇੱਕ ਹੀ ਡਾਇਓਡ ਤੋਂ ਆਊਗੀ, ਇੱਕੋ ਹੀ ਰਿਵਰਸ ਬਾਇਸ 'ਚ ਜਾਊਗਾ, ਤੇ ਉਹ ਆਏਗੀ ਇਹਦੇ ਬਰਾਬਰ ਹੋਗੀ EMS। ਇਹਦੇ ਕੇਸ 'ਚ ਕੀ ਆ, ਪੀਕ ਇਨਵਰਸ ਸੈਂਟਰਲ ਟੈਪ ਲਈ 2 EM ਹੁੰਦੀ ਆ, ਬ੍ਰਿਜ ਲਈ ਕੀ ਹੁੰਦੀ ਆ EM। ਦੋ ਤਰ੍ਹਾਂ ਦੇ ਸੀ ਨਾ ਫੁੱਲ ਵੇਵ ਰੈਕਟੀਫਾਇਰ, ਬ੍ਰਿਜ ਤੇ ਸੈਂਟਰਲ ਟੈਪ ਲਈ ਹੋਗੀ ਡਬਲ ਆਫ EM ਮੈਕਸਿਮਮ ਸੈਕੰਡਰੀ ਵੋਲਟੇਜ, ਠੀਕ ਹੈ। ਇਹ ਸਾਡੀ ਮੈਕਸਿਮਮ ਸੈਕੰਡਰੀ ਤੇ ਬ੍ਰਿਜ ਦੇ ਕੇਸ ਦੇ ਵਿੱਚ ਹੋਏਗੀ ਮੈਕਸਿਮਮ ਸੈਕੰਡਰੀ, ਇਹ ਸੈਕੰਡਰੀ ਲੈਣੀ, ਠੀਕ ਹੈ। ਕਲੀਅਰ ਹੋ ਗਿਆ ਤੁਹਾਨੂੰ ਇਹ? ਓਕੇ। ਨੈਕਸਟ ਅਸੀਂ ਹੁਣ ਨਿਊਮੈਰੀਕਲ ਦੇਖਣੇ ਆ, ਜਿਹੜਾ ਮਾਸਟਰ ਗ੍ਰੇਡਰ ਚ ਨਿਊਮੈਰੀਕਲ ਆਇਆ ਸੀ ਉਹ ਵੀ ਕਰਵਾ ਦੇਣਾ, ਕਲੀਅਰ। ਇਨ ਅ ਹਾਫ ਵੇਵ ਰੈਕਟੀਫਾਇਰ ਦਾ ਅਪਲਾਈਡ ਵੋਲਟੇਜ ਇਜ਼ E is equals to 10 sin omega t। ਇਹ ਜਿਹੜੀ EM ਹੁੰਦੀ ਆ ਨਾ, ਇਹ ਨਿਕਲਦੀ ਕਿਤੇ, ਮੈਂ ਤੁਹਾਨੂੰ ਦੱਸਦੀ ਹਾਂ, E ਦੀ ਰਿਪਰੈਜ਼ੈਂਟੇਸ਼ਨ ਹੁੰਦੀ EM sin omega t। ਇਹ ਸਾਰੇ ਵੇਵ ਫੰਕਸ਼ਨ ਹੈ, ਇਸ ਕਰਕੇ ਇਹਦੀ ਰਿਪਰੈਜ਼ੈਂਟੇਸ਼ਨ ਇਦਾਂ ਦੀ ਹੁੰਦੀ ਹੈ। E is equals to EM sin omega t। ਸਾਨੀ ਨੇ ਕਿਹਾ ਤਾਂ E is equals to 10 sin 100 omega t। तो इथों EM कितना आ गया, मैक्सिमम ਜਿਹੜਾ ਸਾਡੇ ਕੋਲ ਆ ਗਿਆ that is 10, ठीक है। सो इस केस ਦੇ ਵਿੱਚ ਸਾਡੇ ਕੋਲ ਜੋ ਮੈਕਸਿਮਮ ਵੋਲਟੇਜ ਆ ਗਈ ਹੈ that is 10। given load resistance of 100 ohm will assume diode to be ideal, calculate the DC output voltage, DC output voltage करनी है and DC current in the load। okay, मैक्सिमम लोड रेजिस्टेंस कितनी थी ਤੁਹਾਨੂੰ 100 ओम। कैलकुलेट द डीसी आउटपुट वोल्टेज, हाफ वेव ਦਾ ਕੇਸ ਆ, डीसी आउटपुट वोल्टेज ਕਿੰਨੀ ਆ EMS/5, ਠੀਕ ਹੈ। E DC is equals to ਕਿੰਨੀ ਆ, E ਮੈਕਸਿਮਮ ਤੁਹਾਡੇ ਕੋਲ ਕਿੰਨੀ ਹੈਗੀ ਆ ਵੋਲਟੇਜ ਅਪਨ ਪਾਈ, ਇਹ ਮੈਕਸਿਮਮ ਹੀ ਹੁੰਦੀ ਹੈ ਸਾਡੇ ਕੋਲ that is 10 ਅਪਨ ਕੀ ਆ ਜਾਏਗਾ ਪਾਈ। ਨੈਕਸਟ ਹੈ ਅਸੀਂ ਪਤਾ ਕਰਨਾ, ਨੈਕਸਟ ਅਸੀਂ ਦੇਖਾਂਗੇ ਇਹਦੇ ਵਿੱਚ ਮੈਕਸਿਮਮ ਵੋਲਟੇਜ ਕਰੰਟ ਵੀ ਪੁੱਛਿਆ ਹੋਇਆ ਉਹਨੇ ਸਾਨੂੰ। ਵੇਟ ਮੈਂ ਇੱਕ ਵਾਰੀ ਜੋ ਚੈੱਕ ਕਰ ਲਵਾਂ ਕਿ ਸਟੇਟਮੈਂਟ ਸਹੀ ਹੈਗੀ ਕਿ ਨਹੀਂ। ਠੀਕ ਹੈ, ਸਟੇਟਮੈਂਟ ਸਾਡੀ ਸਹੀ ਹੈਗੀ ਆ ਕਿ 10 upon ਪਾਈ ਹੈ, ਸੌਰੀ ਕਿ ਇੱਥੇ ਸਾਨੂੰ IM ਹੀ ਪ੍ਰੋਵਾਈਡਡ ਹੈਗਾ E is equals to 10 sin omega t, ਰੈਜ਼ਿਸਟੈਂਸ ਦਿੱਤੀ ਹੈ 100 ohm ਹੈ, ਠੀਕ ਹੈ, ਲੋਡ ਰੈਜ਼ਿਸਟੈਂਸ। So first of all क्या calculate the DC output voltage। What is DC output voltage? Maximum ਜਿਹੜੀ ਹੈਗੀ voltage upon pi, maximum ਸਾਨੂੰ given ਸੀ, divide by ਕੀ ਕਰ ਦਿੱਤਾ ਆਪਾਂ pi। So ਇਹ ਨਿਕਲ ਗਈ। ਉਸ ਤੋਂ ਬਾਅਦ ਵੀ ਸਾਨੂੰ ਧਿਆਨ ਨਾਲ ਦੇਖੋ ਕਿਆ maximum DC ਕਰੰਟ ਵੀ ਪਤਾ ਕਰਨਾ, IDC ਪਤਾ ਕਰਨਾ। ਹੁਣ ਇੱਥੇ ਦੇਖੋ ਮੈਂ ਤੁਹਾਨੂੰ ਸਮਝਾਵਾਂ, V is equals to ਕੀ ਹੁੰਦਾ ਸਾਡੇ ਕੋਲ ohms ਲਾ ਤੋਂ IR, ਯਾਨੀ V ਨੂੰ ਮੈਂ ਵੋਲਟੇਜ ਨੂੰ E ਵੀ ਲਿਖ ਸਕਦੀ ਨਾ, E is equals to IR, I ਕੀ ਹੋ ਜਾਏਗਾ ਇੱਥੇ E upon R। ਜੇ मैं DC ਤੇ ਪਤਾ ਕਰਨਾ, DC ਕਰੰਟ ਪਤਾ ਕਰਨਾ, ਇੱਥੇ ਵੀ ਕੀ ਆ ਜਾਏਗਾ DC ਤੇ ਲੋਡ ਰੈਜ਼ਿਸਟੈਂਸ ਹੀ ਹੁੰਦੀ DC ਤੇ। ਸੋ ਫਾਰਮੂਲਾ ਬਣ ਗਿਆ EDC upon RL। ਸੋ IDC ਕੀ ਬਣ ਜਾਏਗਾ EDC upon RL। EDC ਹੁਣੀ ਆਪਾਂ ਕੱਢਿਆ ਸੀ, ਕਿੰਨਾ ਕੱਢਿਆ ਸੀ EDC that is EM upon pi, ਯਾਨੀ 10 upon pi। ਸੋ ਇੱਥੇ ਵੈਲਿਊ ਪੁੱਟ ਕਰ ਦੋ, ਇੱਥੇ EDC ਕਿੰਨਾ ਆ ਜਾਏਗਾ ਇਕੁਅਲ ਟੂ 10 upon pi upon RL। RL ਕਿੰਨਾ ਦਿੱਤਾ 100, ਠੀਕ ਹੈ। ਸੋ ਇਦਾਂ ਅਸੀਂ ਕਰ ਲੈਣਾ, ਕਲੀਅਰ। ਨੈਕਸਟ ਕਰਦੇ ਹਾਂ ਨਿਊਮੈਰੀਕਲ, ਠੀਕ ਹੈ, ਥੋੜਾ ਜਿਹਾ ਸਮਝਣ ਵਾਲੇ ਆ। ਨੈਕਸਟ ਜਿਹੜਾ ਮਾਸਟਰ ਕੇਡਰ 2 ਵਾਰੀ ਆਇਆ ਹੋਇਆ ਨਿਊਮੈਰੀਕਲ ਦੇਖੋ। ਇਨ ਅ ਹਾਫ ਵੇਵ ਰੈਕਟੀਫਾਇਰ ਦਾ ਪੀਕ ਵੈਲਿਊ ਆਫ AC ਵੋਲਟੇਜ ਅਕ੍ਰੋਸ ਦਾ ਸੈਕੰਡਰੀ ਆਫ ਦਾ ਟਰਾਂਸਫਾਰਮਰ ਇਜ਼ 20√2। ਮੈਕਸਿਮਮ ਸੈਕੰਡਰੀ ਵੋਲਟੇਜ ਤੁਹਾਨੂੰ ਦਿੱਤੀ ਹੋਈ ਆ that is 20√2। ਪਤਾ ਕੀ ਕਰਨਾ ਆਪਾਂ, ਇਫ ਨੋ ਫਿਲਟਰ ਇਜ਼ ਯੂਜ਼, ਜੇ ਅਸੀਂ ਫਿਲਟਰ ਨਹੀਂ ਯੂਜ਼ ਕਰਦੇ, ਫਿਲਟਰ ਅਸੀਂ ਪਤਾ ਕਾਦੇ ਵਾਸਤੇ ਯੂਜ਼ ਕਰਦੇ ਹਾਂ, ਐਕਚੁਅਲੀ ਮੈਂ ਕਰਵਾਣੇ ਵੀ ਹੈ ਨੈਕਸਟ। ਜਿੱਦਾਂ ਮੈਂ ਤੁਹਾਨੂੰ ਦੱਸਿਆ DC 'ਚ ਥੋੜਾ AC ਆ ਜਾਂਦਾ ਨਾ, ਉਹਨੂੰ ਹਟਾਉਣ ਲਈ ਅਸੀਂ ਤੇ ਫਿਲਟਰ ਲਗਾਉਂਦੇ ਤਾਂ ਕਿ AC ਕੱਢ ਕੇ ਪਿਓਰ ਸਾਨੂੰ DC ਮਿਲ ਜਾਵੇ। ਬਟ ਇਹ ਆਪਾਂ ਕੇਸ ਹੈ ਕਿ ਕੋਈ ਫਿਲਟਰ ਯੂਜ਼ ਨਹੀਂ ਕੀਤਾ, ਮੈਕਸਿਮਮ DC ਵੋਲਟੇਜ ਪਤਾ ਕਰਨੀ। ਹੁਣ ਅਸੀਂ ਉੱਪਰ ਵੀ ਕਰਕੇ ਹਟੇ ਕਿ ਹੁੰਦਾ ਮੈਕਸਿਮਮ ਅਪਨ ਪਾਈ, ਮੈਕਸਿਮਮ ਕਿੰਨਾ 20√2 ਅਪਨ ਪਾਈ। ਜੋ ਤੁਸੀਂ ਇਹਨੂੰ ਕੱਟ ਕੇ ਕਰੋਗੇ ਯੂ ਵਿਲ ਗੈਟ 9 ਵੋਲਟ ਆਂਸਰ। ਇਹ ਪੇਪਰ ਚ ਆਇਆ ਦੇਖੋ, ਇੱਕ ਫਾਰਮੂਲਾ ਹੀ ਸੀ ਉਹਦਾ, ਤੁਹਾਨੂੰ ਪਤਾ ਜਿਹਦਾ ਹਾਫ ਵੇਵ ਦੇ ਕੇਸ 'ਚ ਇਹ ਲੱਗਣਾ, ਜੇ ਫੁੱਲ ਵੇਵ 'ਚ ਪੁੱਛ ਹੁੰਦਾ ਤੁਸੀਂ 2 ਨਾਲ ਮਲਟੀਪਲਾਈ ਕਰ ਦਿਓ। नेक्स्ट इज अ हाफ वेव रेक्टिफायर यूज ट्रांसफार्मर ऑफ टर्न। देखो हाफ वेव रेक्टिफायर टर्न्स दित्ती आ 8:1, मतलब प्राइमरी टू सैकेंडरी दी रेशो कितनी दित्ती है सानू, हमेशा प्राइमरी टू सैकेंडरी दी हुंदी है 8:1। नंबर ऑफ टर्न्स दसिया ना कि हुंदी है
ਇਫ ਦਾ ਪ੍ਰਾਇਮਰੀ ਵੋਲਟੇਜ ਇਜ਼ 230 RMS, ਪ੍ਰਾਇਮਰੀ ਵੋਲਟੇਜ RMS ਤੇ ਦਿੱਤੀ ਹੋਈ ਹੈ ਸਾਨੂੰ, ਰੂਟ ਮੀਨ ਸਕੁਅਰ, ਓਕੇ, ਰੂਟ ਮੀਨ ਸਕੁਅਰ ਪ੍ਰਾਇਮਰੀ ਤੇ ਦਿੱਤੀ ਹੋਈ ਹੈ, ਦੈਟ ਇਜ਼ ਕਿੰਨੀ ਦਿੱਤੀ ਹੋਈ ਆ 230। ਪਤਾ ਮੈਨੂੰ ਕੀ ਕਰਨ ਲਈ ਕਹਿ ਰਿਹਾ, ਇਫ ਦਾ ਪ੍ਰਾਇਮਰੀ ਵੋਲਟੇਜ ਦਿੱਤੀ ਹੈ, ਫਾਈਂਡ ਦਾ DC ਆਊਟਪੁੱਟ ਵੋਲਟੇਜ। ਮੈਂ ਕੀ DC ਪਤਾ ਕਰਨਾ, ਉਹਦੇ ਲਈ ਮੈਨੂੰ ਕੀ ਚਾਹੀਦਾ, ਮੈਕਸਿਮਮ ਸੈਕੰਡਰੀ ਤੇ ਕਰੰਟ ਚਾਹੀਦਾ ਅਪਨ ਪਾਈ, ਹਾਫ ਵੇਵ ਦਾ ਕੇਸ ਹੈ ਨਾ, E ਮੈਕਸਿਮਮ ਪਤਾ ਕਰਨਾ ਸੈਕੰਡਰੀ ਤੇ, ਉਹ ਕੀ ਹੁੰਦਾ, ਮੈਕਸਿਮਮ ਪ੍ਰਾਇਮਰੀ ਤੇ ਮਲਟੀਪਲਾਈ ਬਾਈ NP ਅਪਨ NS। ਮੈਕਸਿਮਮ ਪ੍ਰਾਇਮਰੀ ਤੇ ਪਤਾ ਕਰਨ ਦਾ ਕੀ ਫਾਰਮੂਲਾ ਹੁੰਦਾ ਸਾਡੇ ਕੋਲ, ਜਿਹੜਾ ਰੂਟ ਮੀਨ ਸਕੁਅਰ ਆ ਪ੍ਰਾਇਮਰੀ ਤੇ ਮਲਟੀਪਲਾਈ ਬਾਈ √2, ਬਾਕੀ ਸੇਮ ਫਾਰਮੂਲਾ ਰਹੇਗਾ ਨਾਲ NP ਅਪਨ NS। ਕਲੀਅਰ ਹੋਇਆ ਕਿੱਦਾਂ ਬਣਾਇਆ ਮੈਂ ਫਾਰਮੂਲਾ? ਉਹਨੇ ਮੈਨੂੰ EDC ਪਤਾ ਕਰਨ ਨੂੰ ਕਿਹਾ ਸੀ, ਠੀਕ ਹੈ ਜੀ। EDC ਕੀ ਹੁੰਦਾ, ਮੈਕਸਿਮਮ ਅਪਨ ਪਾਈ, ਹੈ ਨਾ, ਮੈਕਸਿਮਮ ਸੈਕੰਡਰੀ ਤੇ, ਸੈਕੰਡਰੀ ਦਾ ਕੀ ਹੁੰਦਾ EMP, ਤੇ ਇਹਦੀ ਮੈਂ ਮੈਕਸਿਮਮ ਪ੍ਰਾਇਮਰੀ ਦੀ ਵੈਲਿਊ ਪੁੱਟ ਕਰ ਦਿੱਤੀ ਇੱਥੋਂ, RMS √2 ਮਲਟੀਪਲਾਈ ਬਾਈ NP ਅਪਨ NS ਡਿਵਾਈਡ ਬਾਈ ਕਿੰਨਾ ਸਾਡੇ ਕੋਲ ਪਾਈ। ਹੁਣ ਸਾਰੀਆਂ ਵੈਲਿਊ ਸਾਡੇ ਤੋਂ ਪਈਆਂ, 230 √2, ਪਾਈ ਨੂੰ ਪਾਈ ਰਹਿੰਦਾ ਨਾ, NP ਅਪਨ NS ਦੀ ਵੈਲਿਊ ਕਿੰਨੀ ਪੁੱਟ ਕਰ ਦੇਣੀ 8/1। ਉਸ ਤੋਂ ਬਾਅਦ ਉਹਨੇ ਕਿਹਾ ਪੀਕ ਇਨਵਰਸ ਵੋਲਟੇਜ ਵੀ ਪਤਾ ਕਰੋ। ਪੀਕ ਇਨਵਰਸ ਵੋਲਟੇਜ ਕਿਹਦੇ ਬਰਾਬਰ ਰਹਿਣੀ, EMS ਦੇ, EMP ਗੁਣਾ NP ਅਪਨ NS। NP ਅਪਨ NS ਦੀ ਵੈਲਿਊ ਦਿੱਤੀ ਆ, EMP ਮੈਕਸਿਮਮ ਪ੍ਰਾਇਮਰੀ ਕਿੱਦਾਂ ਕੱਢਣਾ, ਰੂਟ ਮੀਨ ਸਕੁਅਰ ਨੂੰ ਮਲਟੀਪਲਾਈ ਬਾਈ √2, ਠੀਕ ਹੈ ਜੀ। ਸੋ ਇਦਾਂ ਤੁਸੀਂ ਪੀਕ ਇਨਵਰਸ ਵੋਲਟੇਜ ਪਤਾ ਕਰਨੀ। ਇੱਕ ਦਾ ਕਰਾਤਾ ਇਹਦੀ ਪੇਪਰ ਚ ਹਾਫ ਵੇਵ ਫੁੱਲ ਵੇਵ ਦਾ ਆ ਗਿਆ, ਤੁਸੀਂ ਚੇਂਜ ਕਰ ਦੇਣੇ ਫਾਰਮੂਲੇ ਜੋ ਮੈਂ ਤੁਹਾਨੂੰ ਲਿਖਾਇਆ। ਜਿਹਨੂੰ ਫਾਰਮੂਲੇ 'ਚ ਕਨਫਿਊਜ਼ਨ ਆ, ਜਦੋਂ ਮੈਂ ਫਾਰਮੂਲੇ ਬੋਲੇ ਸੀ ਨਾ ਨਾਲ ਉੱਥੋਂ ਤੁਸੀਂ ਜਾ ਕੇ ਦੁਬਾਰਾ ਲਿਖ ਸਕਦੇ ਹੋ, ਕਿ ਹੋ ਸਕਦਾ ਤੁਹਾਨੂੰ ਕਨਫਿਊਜ਼ਨ ਹੋ ਜਾਵੇ। ਸੋ ਉਹ ਚੀਜ਼ ਫਾਰਮੂਲੇ ਜਿਹੜੇ ਆ ਉਹ ਤਾਂ ਹੀ ਮੈਂ ਨਾਲ ਬੋਲੇ, ਤਾਂ ਕਿ ਤੁਸੀਂ ਉਸ ਚੀਜ਼ ਨੂੰ ਲਿਖ ਲਓ ਕਿ ਫੁੱਲ ਵੇਵ ਦੇ ਕੇਸ ਕਿੰਨਾ, ਹਾਫ ਵੇਵ ਦੇ, ਕਿਉਂਕਿ ਇਹ ਚ ਨਿਊਮੈਰੀਕਲੀ ਮਾਸਟਰ ਗ੍ਰੇਡ ਚ ਆਇਆ, ਹੋ ਸਕਦਾ ਫਿਰ ਨਿਊਮੈਰੀਕਲ ਹੀ ਆਵੇ ਕੋਈ, ਸੋ ਵੀ ਕਾਂਟ ਇਗਨੋਰ ਇਟ। ਨੈਕਸਟ ਆਪਾਂ ਕਰਾਂਗੇ ਥੋੜੇ ਜਿਹੜੇ ਫਿਲਟਰ ਆ ਉਹ ਕਰਾਂਗੇ, ਤੇ ਹੁਣ ਤੁਸੀਂ ਇਹ ਚੀਜ਼ਾਂ ਸਾਰੀਆਂ ਕਰ ਲੈਣੀਆਂ। ਥੈਂਕਸ ਫॉर ਵਾਚਿੰਗ ਦ ਵੀਡੀਓ।